सतनाम वाहेगुरु साहेब जीओ। जल की पीत पवन का थंबा, रक्त बूंद का गारा। हाड मास नाड़ी को पिंजर, पंखी बसै बेचारा। जल की पीत पवन का थंबा, रक्त बूंद का गारा। हाड मास नाड़ी को पिंजर, पंखी बसै बेचारा। प्राणी क्या मेरा क्या तेरा, जैसे तरबर पंख बसेरा। रहाओ राखो कंध उसारो नीवा, साढ़े तीन हथ तेरी सीवा। बंके बाल पाग सिर डेरी, ए तन होए गो पसम की टेरी। ऊंचे मंदर सुंदर नारी, राम नाम बिन बाजी हारी। मेरी जात कमीनी पात कमीनी, ओछा जन्म हमारा। तुम शरणागत राजा रामचंद, कह रविदास चमारा। मेरी जात कमीनी पात कमीनी, ओछा जन्म हमारा। तुम शरणागत राजा रामचंद, कह रविदास चमारा। परम सत्कारयोग गुरु रूप गुरु प्यारी साध संगत जीओ। आओ मनां दीआं खिंडियां होईयां बिरतियां नूं कागर करन दी करिए कोशिश। करिए रसना पवित्र ते बोलीए सारे। वाहिगुरु जी का खालसा, वाहिगुरु जी की फतेह। गुरमुख प्यारिओ, ਪਹਿਲਾਂ ਆਪਾਂ ਬੱਚਿਆਂ ਦੇ ਪਾਸੋਂ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ। ਹੁਣ ਸਮਾਂ ਹੈ ਸ਼ਬਦ ਦੀ ਵਿਚਾਰ ਦਾ। ਜਿਹੜਾ ਸ਼ਬਦ ਆਪਾਂ ਪੜ੍ਹਿਆ ਗੁਰਮੁਖ ਪਿਆਰਿਓ, ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 659 ਅੰਗ ਉੱਪਰ ਸੁਭਾਏਮਾਨ ਹੈ ਅਤੇ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਭਗਤ ਰਵਿਦਾਸ ਜੀ ਜਿਹੜੇ ਅਖੌਤੀ ਛੋਟੀ ਜਾਤ ਨਾਲ ਸੰਬੰਧਿਤ ਸਨ। ਅਖੌਤੀ ਦਾ ਮਤਲਬ ਹੈ ਲੋਕਾਂ ਦੀਆਂ ਬਣਾਈਆਂ ਹੋਈਆਂ, ਬ੍ਰਾਹਮਣ ਦੀਆਂ ਬਣਾਈਆਂ ਹੋਈਆਂ, ਮੰਨੂ ਸਿਮਰਤੀ ਦੀਆਂ ਬਣਾਈਆਂ ਹੋਈਆਂ ਜਾਤਾਂ ਪਾਤਾਂ। ਉਹਨਾਂ ਦੇ ਮੁਤਾਬਕ ਵੈਸੇ ਤਾਂ ਇੱਕ ਗੱਲ ਇਹ ਵੀ ਦੇਖੀ ਜਾਵੇ ਵੀ ਜਿਹੜਾ ਕੰਮ ਜਿਹੜਾ ਕੋਈ ਬੰਦਾ ਕਰਦਾ, ਕੋਈ ਖੇਤੀਬਾੜੀ ਦਾ ਕੰਮ ਕਰਦਾ ਤਾਂ ਉਹਦਾ ਨਾਂ ਜੱਟ ਪੈ ਗਿਆ, ਜ਼ਿਮੀਂਦਾਰ ਪੈ ਗਿਆ। ਕੋਈ ਠਠਿਆਰ ਦਾ ਭਾਂਡਿਆਂ ਦਾ ਕੰਮ ਕਰਦਾ ਤਾਂ ਉਹਦਾ ਨਾਂ ਘੁਮਿਆਰ ਪੈ ਗਿਆ। ਕੋਈ ਚਮੜੇ ਦਾ ਕੰਮ ਕਰਦਾ ਤਾਂ ਉਹਦਾ ਨਾਂ ਚਮਿਆਰ ਪੈ ਗਿਆ। ਕੋਈ ਲੋਹੇ ਦਾ ਕੰਮ ਕਰਦਾ ਤਾਂ ਉਹਦਾ ਨਾਮ ਲੋਹਾਰ ਪੈ ਗਿਆ। ਕੋਈ ਲੱਕੜੀ ਦਾ ਕੰਮ ਕਰਦਾ ਤਾਂ ਉਹਦਾ ਨਾਮ ਤਰਖਾਣ ਪੈ ਗਿਆ। ਇਹ ਕੋਈ ਜਾਤ ਪਾਤ ਨਹੀਂ ਹੈ।
हाँ ਜਦੋਂ ਛੋਟੇ ਲੈਵਲ 'ਤੇ ਹੁੰਦੇ ਆ, ਅਸੀਂ ਗਰੀਬੀ 'ਚ ਹੁੰਦੇ ਆ, ਉਦੋਂ ਇਹ ਮੰਨੀ ਜਾਂਦੀ ਆ। ਇਹੀ ਚਮੜੇ ਦਾ ਕੰਮ ਕੋਈ ਗਰੀਬ ਕਰੇ ਤਾਂ ਚਮਿਆਰ ਛੋਟੀ ਜਾਤ ਦਾ, ਇਹੀ ਚਮੜੇ ਦੀ ਕੋਈ ਫੈਕਟਰੀ ਲਾ ਲਵੇ ਤੇ ਫਿਰ ਆਪਾਂ ਕਹਿੰਦੇ ਹੀ ਨਹੀਂ। ਚਲੋ ਇਹ ਗੱਲਾਂ ਜਿਹੜੀਆਂ ਇਹ ਸਾਰੀਆਂ ਭਾਰਤ ਦੇ ਵਿੱਚ ਹੀ ਆ, ਕੈਨੇਡਾ ਅਮਰੀਕਾ ਦੇ ਵਿੱਚ ਕੋਈ ਜਾਤ ਪਾਤ ਨਹੀਂ ਆ। ਵੱਡੇ ਸ਼ਹਿਰਾਂ ਦੇ ਵਿੱਚ ਵੀ ਮੇਰਾ ਖਿਆਲ ਆ ਬਹੁਤ ਘਟ ਗਿਆ ਇਹ ਕੰਮ, ਪਿੰਡਾਂ ਦੇ ਵਿੱਚੋਂ ਵੀ ਅੱਜ ਕੱਲ੍ਹ ਬਹੁਤ ਘਟ ਗਿਆ। ਜਿੱਥੇ ਜਿੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋਵੇਗਾ ਉੱਥੇ ਉੱਥੇ ਇਹ ਵਹਿਮ ਭਰਮ ਤੌਖਲੇ ਮਿਟਦੇ ਜਾਣਗੇ, ਆਪਸ ਦੇ ਵਿੱਚ ਲੋਕਾਂ ਦਾ ਪ੍ਰੇਮ ਪਿਆਰ ਬਣਦਾ ਜਾਵੇਗਾ। ਕਿਉਂਕਿ ਅਸਲ ਗੱਲ ਆ ਮਾਨਵ ਜਾਤੀ ਨੂੰ ਪਿਆਰ ਕਰਨਾ, ਕਿਸੇ ਦਾ ਭਲਾ ਕਰਨਾ, ਕਿਸੇ ਹੋਏ ਨੂੰ ਫਸੇ ਹੋਏ ਨੂੰ ਛਡਾਉਣਾ, ਕਿਸੇ ਤੇ ਦੁੱਖ ਤਕਲੀਫ ਪੈ ਗਈ ਉਹਦੀ ਮਦਦ ਕਰਨੀ। ਕੋਈ ਬੰਦਾ ਇਹੋ ਜਿਹੇ ਵਿਚਾਰਾਂ ਦੇ ਨਾਲ, ਇਹੋ ਜਿਹੀ ਪਰੇਸ਼ਾਨੀ ਨਾਲ ਘਿਰ ਗਿਆ ਕਿ ਉਹ ਆਤਮ ਹੱਤਿਆ ਕਰਨ ਨੂੰ ਤਿਆਰ ਆ, ਉਹਨੂੰ ਸਹਾਰਾ ਦੇਣਾ, ਬਲ ਦੇਣਾ। ਕੋਈ ਨਾ ਵੀਰ, ਗੁਰਬਾਣੀ ਕੀ ਸਮਝਾ ਰਹੀ ਹੈ, ਦੁੱਖ ਸੁੱਖ ਦੋਇ ਦਰ ਕੱਪੜੇ, ਪਹਿਰਾ ਜਾਏ ਮਨੁੱਖ। ਕੋਈ ਗੱਲ ਨਹੀਂ, ਤਾਂ ਕੀ ਹੋ ਗਿਆ, ਈਸ਼ਵਰ ਕੀ ਮਾਇਆ, ਕਹੀਂ ਧੂਪ ਕਹੀਂ ਛਾਇਆ। ਜੇ ਅੱਜ ਦੁੱਖ ਆ ਤਾਂ ਕੱਲ੍ਹ ਨੂੰ ਸੁੱਖ ਵੀ ਆਵੇਗਾ ਲਾਜ਼ਮ। ਤੂੰ ਵੀਰਾ ਹੌਸਲਾ ਕਰ, ਸਟਰਗਲ ਇਜ਼ ਲਾਈਫ, ਜ਼ਿੰਦਗੀ ਦੇ ਨਾਲ ਲੜਨਾ ਸਿੱਖ। ਇਹੋ ਜਿਹੀ ਮੱਤ, ਇਹੋ ਜਿਹੀ ਜਿਹੜੀ ਅਕਲ ਇਹ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਮਨੁੱਖ ਦਾ ਸਭ ਤੋਂ ਵੱਡਾ ਪ੍ਰਮਾਤਮਾ ਤੋਂ ਵਿਛੋੜੇ ਦਾ ਜੇ ਕਾਰਨ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਤਾਂ ਉਹ ਦੱਸਿਆ ਹੈ ਹਉਮੈ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਧਨ ਪਿਰ, ਪਿਰ ਪਤੀ, ਧਨ ਇਸਤਰੀ, ਪਤੀ ਪਤਨੀ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਇੱਕੋ ਸੰਗ ਹੀ ਵਾਸਾ ਭਾਈ। ਹੁਣ ਮੰਨ ਲਓ ਬਾਹਰੋਂ ਉਦਾਹਰਨ ਲੈ ਲਈਏ ਵੀ ਪਤੀ ਪਤਨੀ ਇੱਕੋ ਘਰ ਦੇ ਵਿੱਚ ਆ, ਹੋ ਸਕਦਾ ਇੱਕੋ ਕਮਰੇ ਦੇ ਵਿੱਚ ਹੋਣ, ਹੋ ਸਕਦਾ ਇੱਕੋ ਬੈੱਡ ਦੇ ਉੱਪਰ ਹੋਣ, ਪਰ ਵਿਚਾਰ ਨਹੀਂ ਮਿਲਦੇ, ਆਪਸ ਵਿੱਚ ਬਣਦੀ ਨਹੀਂ। 36 ਦਾ ਅੰਕੜਾ ਬਣਿਆ ਪਿਆ। ਬਸ ਗੱਲ ਆ ਵਿਚਾਰਾਂ ਦੇ ਮੇਲ ਦੀ। ਇਹੀ ਸਾਡੀ ਪਰਮਾਤਮਾ ਦੇ ਨਾਲ ਆ, ਪਤੀ ਦੇ ਨਾਲ ਆ, ਹੈ ਸਾਡੇ ਅੰਦਰ ਹੀ, ਪਰ ਅਸੀਂ ਪਾਸਾ ਵੱਟੀ ਬੈਠੇ ਹਾਂ। ਉਹ ਪਾਸਾ ਕਿਉਂ ਵੱਟਿਆ? ਸਾਡੀ ਹਉਮੈ। ਹਉਮੈ ਸਾਨੂੰ ਹੋ ਸਕਦਾ ਇੱਧਰ ਪਤੀ ਦੇ ਪਤਨੀ ਦੇ ਵਿੱਚ ਤਾਂ ਹੋ ਸਕਦਾ ਪਤੀ ਦੇ ਵਿੱਚ ਵੀ ਕਸੂਰ ਹੋਵੇ, ਪਰ ਪ੍ਰਮਾਤਮਾ ਵਾਲੇ ਪਾਸੇ ਜੇ ਲਾਵਾਂਗੇ ਤਾਂ ਸਾਡੇ 'ਚ ਹੀ ਕਸੂਰ ਨਿਕਲੇਗਾ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਿਉਂਕਿ ਸਬਰਨ ਦਾ ਜਿਹੜਾ ਨੁਕਤਾ ਨਾ ਬੰਦੇ ਨੂੰ, ਉਹ ਇਹੀ ਆ ਜੇ ਆਪਣੇ ਆਪ 'ਤੇ ਜ਼ਿੰਮੇਵਾਰੀ ਚੱਕ ਲਵੇ। ਕਈ ਵਾਰੀ ਆਪਾਂ ਕਹਿੰਦੇ ਹਾਂ ਕੋਈ ਚੀਜ਼ ਖਰਾਬ ਹੋ ਗਈ, ਮੰਨ ਲਓ ਨਹੀਂ ਇਹ ਤਾਂ ਫਲਾਣੇ ਨੇ ਕਰਤੀ, ਉਹਨੇ ਕਰਤੀ, ਨਹੀਂ ਕੋਈ ਗੱਲ ਨਹੀਂ। ਜੇ ਚੰਗਾ ਵੀ ਹੁੰਦਾ ਤਾਂ ਖਰਾਬ ਵੀ ਮੇਰੇ ਤੋਂ ਹੋ ਗਈ, ਸੌਰੀ ਕਹਿ ਸਕਦੇ ਹਾਂ ਆਪਾਂ, ਗਲਤੀ ਕਹਿ ਸਕਦੇ ਹਾਂ। ਕਿਉਂਕਿ ਮਨੁੱਖ ਜਦੋਂ ਵੀ ਕੋਈ ਵੀ ਕੰਮ ਕਰੇਗਾ ਗਲਤੀਆਂ ਵੀ ਹੋਣਗੀਆਂ। ਅਤੇ ਇਸ ਤਰ੍ਹਾਂ ਜਦੋਂ ਆਪਣੀ ਜ਼ਿੰਮੇਵਾਰੀ ਲਵਾਂਗੇ ਤਾਂ ਅੱਗੇ ਵਾਸਤੇ ਉਹ ਕੰਮ ਨਹੀਂ ਹੋਏਗਾ, ਅੱਗੇ ਵਾਸਤੇ ਉਹ ਗਲਤੀ ਨਹੀਂ ਹੋਏਗੀ। ਇਸੇ ਤਰ੍ਹਾਂ ਅਧਿਆਤਮਕ ਦੇ ਰਸਤੇ 'ਤੇ ਜੇ ਅਸੀਂ ਆਪਣੀ ਖੁਦ ਜ਼ਿੰਮੇਵਾਰੀ ਆਪ ਖੁਦ ਚੱਕ ਲਵਾਂਗੇ ਤਾਂ ਸਾਤੋਂ ਇੱਕ ਗਲਤੀ ਹੋ ਕੇ ਅਗਲੀ ਗਲਤੀ ਨਹੀਂ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਜੁੜ ਜਾਵਾਂਗੇ ਸਾਡੀ ਹਉਮੈ ਨਿਕਲਣੀ ਸ਼ੁਰੂ ਹੋ ਜਾਏਗੀ। ਕਿਉਂਕਿ ਸਾਰੀ ਗੁਰਮਤਿ ਦਾ ਜਿਹੜਾ ਸਵਾਲ ਆ, ਜਿਵੇਂ ਕਹਿ ਲਈਏ ਵੀ ਇੱਕੋ ਹੀ ਬਣਦਾ, ਉਹ ਜਪਜੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਬਾਬਾ ਜੀ ਨੇ ਸਮਝਾਇਆ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ। ਹੇ ਜੀਵ, ਕਿਵੇਂ ਤੂੰ ਸਚਿਆਰ ਹੋ ਸਕਦਾ, ਕਿਵੇਂ ਤੇਰੀ ਕੂੜ ਦੀ ਪਾਲ ਟੁੱਟ ਸਕਦੀ ਹੈ? ਕੂੜ ਦੀ ਪਾਲ ਕੀ? ਪ੍ਰਮਾਤਮਾ ਪਤੀ ਆ, ਉਹ ਸੱਚ ਦਾ ਰੂਪ ਆ, ਅਤੇ ਮੈਂ ਆ ਝੂਠ ਦੇ ਵਿੱਚ ਫਸਿਆ ਹੋਇਆ। ਇਸ ਕਰਕੇ ਪ੍ਰਮਾਤਮਾ ਪਤੀ ਨੂੰ ਮੈਂ ਚੰਗੀ ਨਹੀਂ ਲੱਗਦੀ ਜੀਵ ਇਸਤਰੀ। ਆਪਣੇ ਆਪ ਨੂੰ ਸਵਾਰਾਂ, ਆਪਣੇ ਆਪ ਨੂੰ ਚੰਗਾ ਬਣਾਵਾਂ, ਆਪਣੇ ਪਤੀ ਦੇ ਮੁਤਾਬਕ ਕਰਾਂ, ਪਤੀ ਨੂੰ ਖੁਸ਼ ਕਰਨ ਦੀ ਮੈਂ ਕੋਈ ਨਾ ਕੋਈ ਜੁਗਤੀ ਕਰਾਂ, ਉਹਦੇ ਮੁਤਾਬਕ ਚੱਲਾਂ। ਅਤੇ ਹੁਣ ਉਲਟਾ ਪਤੀ ਪਰਮਾਤਮਾ ਦੇ ਮੁਤਾਬਕ ਕਿਵੇਂ ਚੱਲ ਸਕਦਾ ਮਨੁੱਖ? ਜਦੋਂ ਸਤ ਸੰਗਤ ਕਰੂਗਾ, ਜਦੋਂ ਗੁਰਬਾਣੀ ਨਾਲ ਜੁੜੂਗਾ, ਗੁਰੂ ਨਾਲ ਜੁੜੂਗਾ, ਫਿਰ ਇਹਦੇ ਅੰਦਰ ਕਿਰਿਆ ਹੋਵੇਗੀ ਇੱਕ। ਇਹ ਬਾਹਰ ਧਰਮ ਆ ਜਿਹੜਾ ਬਾਹਰ ਦਿਖਾਵੇ ਦਾ ਨਹੀਂ ਹੈ ਵੀ ਕੱਪੜੇ ਪਾ ਲਏ ਤਾਂ ਧਰਮੀ, ਪੈਂਟ ਸ਼ਰਟ ਪਾ ਲਿਆ ਤਾਂ ਦੁਨਿਆਵੀ, ਫਿਰ ਚੋਲਾ ਪਾ ਲਿਆ ਧਰਮੀ, ਫਿਰ ਪੈਂਟ ਸ਼ਰਟ ਪਾ ਲਈ ਦੁਨਿਆਵੀ। ਇਹ ਨਹੀਂ ਖੇਡ ਹੈ। ਲੋਗਨ ਰਾਮ ਖਿਲੌਣਾ ਜਾਨਾ,
ਇਹ ਤਾਂ ਅੰਦਰੋਂ ਬਣਨਾ ਮਨੁੱਖ ਨੇ, ਅੰਦਰ ਮਨ ਦੀ ਕਿਰਿਆ ਹੋਣੀ ਹੈ। ਗੁਰਬਾਣੀ ਸਾਰੀ ਮਨ ਨੂੰ ਸਮਝਾਉਂਦੀ ਆ, ਅੰਦਰੋਂ ਬਦਲ ਹੋਣਾ। ਤੇ ਕੱਪੜੇ ਫਿਰ ਜਿਹੜੇ ਮਰਜ਼ੀ ਪਾਈ ਫਿਰੀ, ਅੰਦਰੋਂ ਲਾਟਾਂ ਚੰਗੀਆਂ ਹੀ ਨਿਕਲਣਗੀਆਂ, ਚੰਗੇ ਸ਼ੁਭ ਗੁਣ ਹੀ ਨਿਕਲਣਗੇ। ਤੂੰ ਮਾੜਾ ਜਿਹਾ ਪ੍ਰਮਾਤਮਾ ਵਾਹਿਗੁਰੂ ਵਾਲੇ ਪਾਸੇ ਮੇਰੇ ਮਨਾਂ ਚੱਲ ਕੇ ਤਾਂ ਦੇਖ, ਹਉਮੈ ਨੂੰ ਆਪਣੀ ਨੂੰ ਕੱਢ ਕੇ ਤਾਂ ਦੇਖ, ਪਰ ਉਹਨਾਂ ਚਿਰ ਗੱਲ ਹੀ ਨਹੀਂ ਬਣਨੀ। ਕਿਉਂਕਿ ਜਿਹੜਾ ਅੰਦਰਲਾ ਸਵਾਦ ਆ ਨਾ, ਜਿਹੜਾ ਅੰਦਰਲਾ ਆਨੰਦ ਆ, ਜਿਹਨੂੰ ਮਹਾਰਾਜ ਨੇ ਕਿਹਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਸਮਝਾ ਕੇ ਕਿਸੇ ਨੂੰ ਤੋਰਿਆ ਤਾਂ ਜਾ ਸਕਦਾ, ਪਰ ਉਹ ਆਨੰਦ ਦੱਸਿਆ ਨਹੀਂ ਜਾ ਸਕਦਾ। ਬਸ ਉਹ ਥੋੜ੍ਹਾ ਥੋੜ੍ਹਾ ਐਂ ਕਿਹਾ ਜਾ ਸਕਦਾ, ਤੁਸੀਂ ਖੁਦ ਪਹੁੰਚ ਕੇ ਦੇਖੋ। ਕੁਛ ਗੱਲਾਂ ਦੇਖੋ ਬਚਪਨ ਦੇ ਵਿੱਚ ਜਿੰਨਾ ਮਰਜ਼ੀ ਬੱਚੇ ਨੂੰ ਸਮਝਾਈ ਜਾਈਏ ਵੀ ਜਵਾਨੀ ਆਹ ਚੀਜ਼ ਹੁੰਦੀ ਹੈ, ਪਰ ਜਿੰਨਾ ਚਿਰ ਜਵਾਨੀ ਦੇ ਵਿੱਚ ਨਹੀਂ ਆਉਂਦਾ ਪਤਾ ਨਹੀਂ ਲੱਗਣਾ। ਜਵਾਨ ਨੂੰ ਜਿੰਨਾ ਚਿਰ ਮਰਜ਼ੀ ਸਮਝਾਈ ਜਾਈਏ ਬੁਢਾਪੇ ਦੇ ਆਹ ਦੁੱਖ ਹੁੰਦੇ ਆ, ਜਿੰਨਾ ਚਿਰ ਬੁਢਾਪੇ 'ਚ ਨਹੀਂ ਆਉਂਦਾ ਬੰਦੇ ਨੂੰ ਪਤਾ ਨਹੀਂ ਲੱਗਣਾ। ਤੇ ਉਦੋਂ ਬਾਅਦ ਫਿਰ ਮੌਤ ਦਾ ਦੁੱਖ ਆ, ਜਿਹੜੇ ਮੌਤ ਦਾ ਸਾਹਮਣਾ ਕਰਦੇ ਆ। ਇਹ ਸਾਰਾ ਕੁਛ ਗੱਲਾਂ ਇਹ ਹੁੰਦੀਆਂ ਜਿਸ ਜਗ੍ਹਾ 'ਤੇ ਪਹੁੰਚ ਕੇ ਹੀ ਪਤਾ ਲੱਗਦਾ। ਜਿਵੇਂ ਮੰਨ ਲਓ ਸ਼ਿਮਲਾ, ਹੁਣ ਸ਼ਿਮਲੇ ਆਪਾਂ ਕਹਿ ਲਈਏ ਬਈ ਬਹੁਤ ਠੰਡ ਆ, ਇੰਨਾ ਤਾਂ ਦੱਸਿਆ ਜਾ ਸਕਦਾ ਬਈ ਬੜੀ ਠੰਡ ਆ, ਬੜਾ ਨਜ਼ਾਰਾ ਆਉਂਦਾ, ਗਰਮੀ ਆਉਂਦੀ ਹੋਈ ਨਹੀਂ, ਇਹ ਤਾਂ ਕਿਹਾ ਜਾ ਸਕਦਾ, ਪ੍ਰਚਾਰਿਆ ਜਾ ਸਕਦਾ। ਪਰ ਸਵਾਦ ਉਦੋਂ ਆਊ ਜਦੋਂ ਕੋਈ ਸ਼ਿਮਲੇ ਜਾਊਗਾ। ਇਸੇ ਤਰ੍ਹਾਂ ਚੌਥੇ ਪਦ ਦੀ ਵਿਆਖਿਆ ਤਾਂ ਹੋਈ ਜਾਂਦੀ ਆ, ਪਰ ਸਵਾਦ ਉਦੋਂ ਆਊਗਾ ਜਦੋਂ ਚੌਥੇ ਪਦ ਦੇ ਵਿੱਚ ਕੋਈ ਪਹੁੰਚ ਗਿਆ। ਕਿਉਂਕਿ ਸਫ਼ਰ ਇਹ ਪੰਜਾਂ ਖੰਡਾਂ ਦਾ ਆਤਮਿਕ ਸਫ਼ਰ ਆ। ਬਿਲਕੁਲ ਸਾਹਮਣੇ ਮੀਲ ਪੱਥਰ ਲੱਗੇ ਹੋਏ ਆ, ਸਾਹਮਣੇ ਨਿਸ਼ਾਨੀਆਂ, ਜੋ ਜੋ ਹੋਣਾ, ਜੋ ਜੋ ਵਾਪਰਨਾ, ਉਸ ਰਸਤੇ 'ਤੇ ਚੱਲਦਿਆਂ ਉਹ ਵੀ ਗੁਰਬਾਣੀ ਦੇ ਵਿੱਚ ਸਾਰਾ ਕੁਝ ਸਮਝਾਇਆ ਗਿਆ। ਹੌਲੀ ਹੌਲੀ ਤੁਰਿਆ ਚੱਲ, ਤੁਰਿਆ ਚੱਲ ਤਾਂ ਆਪਣੀ ਹਉਮੈ ਨੂੰ ਕੱਢਦਾ ਚੱਲ। ਹਉਮੈ ਤੇਰੀ ਮਾੜਾ ਮੋਟਾ ਜਾਤ ਪਾਤ ਕਰਕੇ ਵੀ ਹਉਮੈ ਆ ਜਾਂਦੀ ਆ, ਚਾਰ ਪੈਸੇ ਆ ਜਾਣ ਕਿਤੇ ਨਜਾਇਜ਼ ਜੇ ਆ ਜਾਣ, ਜਾਇਜ਼ ਕਮਾਏ ਹੋਣ ਤਾਂ ਮੇਰੇ ਖਿਆਲ ਮੁਤਾਬਕ ਹਉਮੈ ਨਹੀਂ ਆਉਂਦੀ। ਜਿਹੜੇ ਮਰ ਖੱਪ ਕੇ ਕਮਾਏ ਹੁੰਦੇ ਆ, ਕਿਤੋਂ ਨਜਾਇਜ਼ ਡਿੱਗ ਪੈਣ ਫਿਰ ਹਉਮੈ ਬਹੁਤ ਆ ਜਾਂਦੀ ਹੈ। ਤੇ ਹੋਰ ਅਨੇਕਾਂ ਗੁਣਾਂ ਦੀ ਵੀ ਹਉਮੈ ਆ ਜਾਂਦੀ ਹੈ, ਪੜ੍ਹਾਈ ਲਿਖਾਈ ਦੀ ਵੀ ਹਉਮੈ ਆ ਜਾਂਦੀ ਹੈ, ਗਿਆਨ ਧਿਆਨ ਦੀ ਵੀ ਹਉਮੈ ਆ ਜਾਂਦੀ ਹੈ। ਇਹ ਹਉਮੈ ਦਾ ਪਤਾ ਹੀ ਨਹੀਂ ਕਿੰਨੇ ਕੁ ਪ੍ਰਕਾਰ ਦੀ ਹੈ ਇਹ। ਤੇ ਇਹਨੂੰ ਕੱਢਣ ਦਾ ਤਰੀਕਾ ਇੱਕੋ ਇੱਕ ਆ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕ ਠਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੀ ਕਮਾਈ ਕਰ ਲਵੇ। ਕਮਾਈ ਤੋਂ ਭਾਵ ਕੀ ਹੈ? ਸ਼ਬਦ ਨੂੰ ਧਿਆਨ ਨਾਲ ਸੁਣ ਲਵੇ ਤਾਂ ਮਨੁੱਖ ਦੀ ਹਉਮੈ ਨਿਕਲ ਸਕਦੀ ਹੈ। ਜੋ ਅੱਜ ਦਾ ਸ਼ਬਦ ਆ ਨਾ, ਜੋ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਆਪਣੇ ਆਪ ਨੂੰ ਬਿਲਕੁਲ ਥੱਲੇ ਸਿੱਟ ਕੇ ਜ਼ੀਰੋ ਕਰਕੇ ਸੁਣ ਲਵੇ ਕੋਈ ਬੰਦਾ, ਜੇ ਕਿਸੇ ਨੇ ਸੁਣ ਲਿਆ ਤਾਂ ਉਹ 100 ਨੰਬਰ ਤੱਕ ਪਹੁੰਚ ਸਕਦਾ। ਜਿਵੇਂ ਲੁੱਡੋ ਨਹੀਂ ਖੇਡਦੇ ਹੁੰਦੇ, ਥੱਲਿਓਂ ਪੂਛ ਜੀ ਤੋਂ ਗਿੱਟੀ ਆਈ ਤੇ ਗਾਂ 99 ਵਾਲੇ ਤੇ ਲਾਈਨ ਤੇ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਅਗਰ ਸ਼ਬਦ ਨਾਲ ਸੁਰਤ ਜੁੜ ਜਾਵੇ ਤਾਂ ਇਹ ਸਾਡਾ ਅੰਦਰਲਾ ਕਾਰਜ ਹੁੰਦਾ। ਅੱਗੇ ਵੀ ਮੈਂ ਕਹਿੰਦਾ ਬਾਰ-ਬਾਰ ਇਹ ਗੱਲਾਂ ਦੱਸਣੀਆਂ ਪੈਂਦੀਆਂ ਤਾਂ ਕਿ ਸਾਨੂੰ ਅੰਦਰੋਂ ਸਵਾਦ ਜਿਹਾ ਆਉਣ ਲੱਗ ਜਾਵੇ, ਅਸੀਂ ਗੁਰੂ ਦੇ ਨਾਲ ਜੁੜ ਜਾਈਏ, ਸਾਡੇ ਅੰਦਰ ਕਸ਼ਿਸ਼ ਪੈਦਾ ਹੋ ਜਾਵੇ। ਕਸ਼ਿਸ਼ ਤੋਂ ਬਾਅਦ ਕੋਸ਼ਿਸ਼, ਕੋਸ਼ਿਸ਼ ਤੋਂ ਬਾਅਦ ਮਿਲਾਪ। ਜਿਵੇਂ ਹਾਈਡਰੋਜਨ ਤੇ ਆਕਸੀਜਨ ਮਿਲ ਕੇ ਗੈਸੇਜ ਦੋਨੇ ਦੀਂਦੀਆਂ ਨਹੀਂ, ਪਾਣੀ ਦਾ ਤੁਪਕਾ ਤੀਜਾ ਬਣ ਜਾਂਦਾ ਦੀਂਦਾ। ਇਸੇ ਤਰ੍ਹਾਂ ਸ਼ਬਦ ਨਾਲ ਜਦੋਂ ਸੁਰਤ ਜੁੜਦੀ ਹੈ, ਦੋਨੇ ਦਿਸਣ ਵਾਲੀਆਂ ਚੀਜ਼ਾਂ ਨਹੀਂ ਹੈ, ਗਿਆਨ ਵੀ ਦਿਸਣ ਵਾਲਾ ਨਹੀਂ ਹੈ। ਜਦੋਂ ਸੁਰਤ 'ਚ ਵੜਦਾ ਨਾ, ਫਿਰ ਇਹਦੇ ਅੰਦਰ ਇੱਕ ਕੈਮੀਕਲ, ਜਿਵੇਂ ਉਧਰ ਤੁਪਕਾ ਬਣਦਾ, ਇਹਦੇ ਅੰਦਰ ਅੰਮ੍ਰਿਤ ਰਸ ਡਿੱਗਦਾ ਮਨੁੱਖ ਦੇ ਅੰਦਰ। ਜਿਹੜਾ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ, ਇਹਨੂੰ ਨਾਮ ਕਹਿੰਦੇ ਆ। ਇਹ ਨਾਮ ਦੀ ਪ੍ਰਾਪਤੀ ਹੁੰਦੀ ਆ ਜਦੋਂ ਸ਼ਬਦ ਨਾਲ ਸੁਰਤ ਜੁੜਦੀ ਹੈ। ਕਿਤੇ ਜੁੜੀ ਰਹਿ ਗਈ, ਕਿਤੇ ਮਹਾਰਾਜ ਨੇ ਕਰਤੀ ਕਿਰਪਾ, ਸਮਝ ਲੱਗ ਗਈ ਵੀ ਮੈਨੂੰ ਵੀ ਕਿਤੇ ਇਹ ਹਉਮੈ ਤਾਂ ਨਹੀਂ, ਇਹਦਾ ਕਰਕੇ ਮੈਂ ਤਾਂ ਨਹੀਂ ਵਿਛੜਿਆ ਹੋਇਆ, ਮੇਰੇ ਅੰਦਰ ਤਾਂ ਨਹੀਂ ਉਹ ਕੁਝ ਹੋਇਆ। ਜਿਹਨੇ ਇਹ ਦੋ ਗੱਲਾਂ ਸਮਝ ਲੀਆਂ ਵੀ ਇੱਕ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਬੰਦਾ ਨਹੀਂ, ਉਹਨੂੰ ਚਾਪਲੂਸੀਆਂ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ, ਉਹਦੀ ਚਮਚਾਗਿਰੀ ਨਹੀਂ ਕੀਤੀ ਜਾ ਸਕਦੀ, ਉਹਦੇ ਕੋਈ ਖਾਸ ਜਾਂ ਕੋਈ ਓਪਰੇ ਇਸ ਤਰ੍ਹਾਂ ਦੇ ਨਹੀਂ ਆ। ਉਹ ਇੱਕ ਰਸ ਵਿਆਪਕ ਆ, ਹਰ ਇੱਕ ਦੇ ਅੰਦਰ ਆ, ਸ਼ਕਤੀ ਆ, ਪ੍ਰਕਾਸ਼ ਆ, ਗਿਆਨ ਰੂਪ ਦੇ ਵਿੱਚ ਆ। ਤੇ ਦੂਜਾ ਗੁਰਬਾਣੀ ਦਾ ਜੋ ਸ਼ਬਦ ਆ ਉਹ ਮੈਨੂੰ ਸਮਝਾਇਆ ਜਾ ਰਿਹਾ। ਇਸ ਬਿਰਤੀ ਨਾਲ ਆਪਾਂ ਜੇ ਸਰਵਣ ਕਰਾਂਗੇ, ਹੋ ਸਕਦਾ ਅੱਜ ਸਾਡੀ ਹਉਮੈ ਟੁੱਟ ਜਾਵੇ, ਮੈਂ ਤੋਂ ਤੂੰ ਹੋ ਜਾਈਏ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ
मैं नाही वाली अवस्था हो सकदा प्राप्त हो जावे। बहुत जन्म बिछरे थे माधो, ये जन्म तुम्हारे लेखे। कह रविदास आस लग जीवों, चिर भयो दर्शन देखे। की पता अज दे शब्द राही मनुख दी हउम्मे टुट जावे, क्योंकि एक गुब्बारे की तरह हुंदी है हउम्मे गुरमुख प्यारिओ। जिमें मन लो एक कमरे जिड्डा गुब्बारा होवे, आपां छोटे गुब्बारे देखे ना, वड्डे नहीं देखे। मन लो एक कमरे जिड्डा गुब्बारा होवे, हुण इस गुब्बार दे विच मैं बैठा, हुण बाहर दुनिया इदों परे की आ वो नहीं मैनूं पता। ते जे किते गुब्बारा टुट जावे फिर बाहरली दुनिया, जिमें हुण मैं चार दीवारी दे विच कैद हाँ, हनेरा अंदर, ते जे किते माड़ी जी खुरच खुरच के गली कढ़ ली, किसी नूं कैद करता सी इस तरह, उन्हें माड़ी जी गली कढ़ ली, बाहरों चानण पैण लग गया, ते चानण पैंदा पैंदा फिर उन्हें इट कढ़ ली, होर चानण पैण लग गया, हौली हौली उन्हें दीवार ही ढाती। यही उदाहरण अंदर लै जाइए, हुण असीं गुब्बार दे विच आ, हउम्मे दे गुब्बारे दे विच आ। जदों गुब्बारे नूं तिखी चीज़ लग जे ना, उदों एक सैकंड दे विच ही टुट जांदा, ते जदों गुरु दा शब्द लग गया ना, ते बस एक मिनट दे विच ही हउम्मे दे गुब्बार ने टुट जाना, ते अंदरों सोहणी मूरत उदों ही पता लगना भी है आ संसार आ सी, इहदी असलीयत ये आ, मैं राजा बना के भेजिया परमात्मा ने। ओहो मेरे अंदर वो कालपुरख वाहिगुरू दी जोत आ, वाह जी वाह क्या बात आ। मैं किहड़े कम्मां च फसिया फिरदा, मैं निक्कियां मोटियां गल्लां ते आपदी जिंदगी खराब करी जाना, ते मैं परमात्मा नाल जुड़न दा मौका मैनूं जदों ये चानण हो गया, प्रकाश हो गया, फिर ये सारा कुछ ही मनुख दा खुल जाना। आओ शब्द दे नाल सुरत नूं जोड़न दी कोशिश करिए जी। प्राणी क्या तेरा क्या मेरा क्या तेरा, जैसे तरबर पंख बसेरा रहाओ। हे प्राणी, प्राणाधारी जीव, चाहे मनुख आ, चाहे बीबी आ, भैन आ, बच्चा, कोई भी है जिहड़ा भी सुनदा, हे प्राणी, ए इंसान, ए बंदे, ए मेरे मना, क्या मेरा क्या तेरा। होए 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 होए, वो तू इत्थे आके आ मेरा आ तेरा, बस हुण तू मेरे वल माड़ियां जिहां चार उंगलां पैर पा के दिखाई जे वढ ना दिता। ओहो हो इन्नी मेर तेर करी बैठा। वो इंसान देख, वो खंडा ब्रह्मंडा दा मालक परमात्मा वाहिगुरू तेरे घर आया होया, तू निक्कियां निक्कियां गल्लां दे विच माया च अलझिया पिया। ओए मेर तेर नूं छड्ड प्राणी, क्या मेरा क्या तेरा, क्यों मेरी मेरी करदा। मेरी मेरी करदे बहुत चले गए, सिकंदर हुणी चले गए, दुर्योधन हुणी चले गए, रावण हुणी चले गए, बड़े बड़े चले गए, होर अनेकां लोग जा रहे आ। क्यों मेरी मेरी करदा मेरे मना, जैसे तरबर पंख बसेरा। तेरा जीवन सोच के देख इस तरह जिवें पंछी आके किसे तरबर, तरबर हुंदा दरख्त, पंछी दूरों दूरों आउंदे आ, कोई किधरों आउंदा कोई किधरों आउंदा, ते इकट्ठे हो के दरख्त दे उपर बैठ जांदे आ। दरख्त दे उपर बैठ के गल्लां बातां करदे आ, ते सवेर जदों हुंदी आ कोई किधर नूं चलिया जांदा, कोई किधर नूं चलिया जांदा। महाराज बहुत सोहणी उदाहरण दे के समझा रहे आ। ओए जीव, आ 60-70-100 साल दी उम्र तेरी किन्नी का, खंडां ब्रह्मंडां दे मुकाबले तां एक रात ही बनदी आ। ये जीवन रूपी रात कट्टण आया। ये जिहड़ा संसार आ, ये दरख्त आ, जिहड़े अनेकां ही पिंड आ, बखरे 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 दरख्त आ। असीं इस अपने पिंड वाले दरख्त ते बैठे आ, खाड़े वाले दरख्त ते बैठे आ, पर तू क्यों मेर तेर करी जाना। इत्थे रात इक्को ही कट्टनी आ, सवेर नूं उठ के पता नहीं किधर नूं चले जाना। इस करके जा रहना नाही ऐत जग, तां काहे गर्भ हंडी है। महाराज कहंदे जद तू रहना ही नहीं ते काहदी खातर हउम्मे करदा फिरदा बंदिया। छड़ दे हउम्मे, कढ़ दे मेर तेर, ते ये तेरा एक रात दा बसेरा पंछियां वांगू सवेर नूं तू तुर जाना। अपने अंदर झाती मार के देख, तू चीज़ की आ, तेरी मनियाद की आ। वो भलिया पुरशा, कच दे गिलास की भी मनियाद आ, जे उच्चे थां रख दईए ना
ਉਹ ਟੁੱਟਦਾ ਨਹੀਂ ਜੇ ਨਾ ਛੇੜੀਏ। 20 ਸਾਲ ਪਿਆਰ ਰਹੇ ਨਹੀਂ ਟੁੱਟੇਗਾ। ਕੱਚ ਦੇ ਗਲਾਸ ਤੋਂ ਵੀ ਤੂੰ ਕੱਚਾ, ਤੈਨੂੰ ਕਿੱਥੇ ਰੱਖਿਆ ਜਾਵੇ ਐ ਇਨਸਾਨ। ਨਾ ਤੈਨੂੰ ਅੰਦਰ ਰੱਖਣ ਜੋਗੇ ਆ ਤੇ ਨਾ ਬਾਹਰ ਰੱਖਣ ਜੋਗੇ ਆ, ਕਿਉਂਕਿ ਸਵਾਸਾਂ ਦੀ ਕਿਰਿਆ ਚੱਲਣੀ ਆ। ਚਾਹੇ ਭੂਰੇ 'ਚ ਵੜ ਜਾ, ਉੱਥੇ ਵੀ ਸਵਾਸ ਤਾਂ ਚੱਲਣੇ ਆ। ਚਾਹੇ ਅਸਮਾਨ 'ਤੇ ਚੜ੍ਹ ਜਾ, ਉੱਥੇ ਵੀ ਤੇਰੇ ਸਵਾਸ ਚੱਲਣੇ ਆ। ਤੈਨੂੰ ਕਿਤੇ ਨਹੀਂ ਲੁਕੋਇਆ ਜਾ ਸਕਦਾ, ਕਿਤੇ ਨਹੀਂ ਤੂੰ ਲੁਕ ਸਕਦਾ। ਕੱਚਾ ਮਨੁੱਖ, ਸਭ ਤੋਂ ਜਿਹੜੀ ਨਾਜ਼ੁਕ ਚੀਜ਼ ਆ ਉਹ ਵੀ ਮਨੁੱਖ ਆ, ਤੇ ਸਭ ਤੋਂ ਤਕੜੀ ਚੀਜ਼ ਵੀ ਮਨੁੱਖ ਆ। ਮਨੁੱਖ ਦੇਵਤਾ ਵੀ ਬਣ ਸਕਦਾ, ਦੈਂਤ ਵੀ ਬਣ ਸਕਦਾ, ਮਨੁੱਖ ਮਨਮੁਖ ਵੀ ਬਣ ਸਕਦਾ, ਰੱਬ ਦਾ ਰੂਪ ਗੁਰਮੁਖ ਵੀ ਬਣ ਸਕਦਾ। ਇਹ ਮਨੁੱਖ ਕੋਲ ਤਬਦੀਲੀ ਦੇ ਚਾਂਸ ਆ। ਹੋਰ ਕੋਈ ਜੂਨ ਆ ਜਿਹੜੀ ਉਹ ਕੁੱਤਾ ਬਿੱਲੀ ਨਹੀਂ ਬਣ ਸਕਦਾ ਤੇ ਬਿੱਲੀ ਕੁੱਤਾ ਨਹੀਂ ਬਣ ਸਕਦੀ। ਇਹ ਜਿਹੜੇ ਤੂੰ ਆਪਣੇ ਸਰੀਰ 'ਤੇ ਮਾਣ ਕਰੀ ਫਿਰਦਾ ਕਿ ਮੇਰਾ ਸਰੀਰ, ਮੇਰੀ ਚੜ੍ਹਾਈ, ਮੇਰੀ ਪੋਸਟ, ਮੇਰੀ ਡਿਗਰੀ, ਜਿਹੜਾ ਮੇਰੀ ਕਰਦਾ ਫਿਰਦਾ ਨਾ, ਇਹੀ ਮਰਵਾਉਂਦੀ ਆ ਤੈਨੂੰ। ਤੇਰਾ ਕੁਛ ਨਹੀਂ ਹੈ। ਇਹ ਸਰੀਰ ਤੇਰਾ ਨਹੀਂ, ਇਹ ਸਰੀਰ ਪਰਮਾਤਮਾ ਨੇ ਦੇ ਕੇ ਭੇਜਿਆ ਤੈਨੂੰ। ਕਿਸੇ ਕਾਰਜ ਵਾਸਤੇ ਭੇਜਿਆ, ਕਿਸੇ ਕੰਮ ਵਾਸਤੇ ਭੇਜਿਆ। ਇਹ ਨਹੀਂ ਵਰਨਾ ਉਹਦੀ ਕਿਰਪਾ ਤੋਂ ਬਿਨਾਂ ਤਾਂ ਇਹ ਕੁਝ ਵੀ ਨਹੀਂ। ਇਹ ਸਰੀਰ ਆ ਨਾ ਜਿਹੜਾ, ਇਹ ਤੁਰਿਆ ਫਿਰਦਾ ਕਿਵੇਂ? ਸੋਚ। ਮਹਾਰਾਜ ਹੁਣ ਸਰੀਰ ਦੀ ਅੰਦਰਲੀ ਬਣਤਰ ਆ ਜਿਹੜੀ ਉਹ ਸਮਝਾ ਰਹੇ ਹਨ, ਕੀ ਆ ਸਰੀਰ ਦੇ ਵਿੱਚ, ਕਿਸ ਤਰ੍ਹਾਂ ਤੁਰਿਆ ਫਿਰਦਾ। ਜਲ ਕੀ ਭੀਤ ਪਵਨ ਕਾ ਥੰਬਾ, ਇਹ ਤੇਰੇ ਸਰੀਰ ਦੇ ਵਿੱਚ ਹੈ ਮਨੁੱਖ ਹੈ ਮਨਾ। ਜਲ ਕੀ ਭੀਤ 70% ਮੇਰਾ ਖਿਆਲ ਆ ਕਹਿੰਦੇ ਆ ਮਨੁੱਖ ਦੇ ਵਿੱਚ ਪਾਣੀ ਆ। ਇਹ ਜਲ ਕੀ ਭੀਤ, ਹੁਣ 6 ਫੁੱਟ ਬੰਦਾ ਤਾਹਾਂ ਨੂੰ ਖੜਾ, 70% ਪਾਣੀ ਆ, ਪਾਣੀ ਦੀ ਕੰਧ ਹੀ ਆ। ਦੇਖੋ ਮਹਾਰਾਜ ਕਿੱਥੇ ਤੱਕ ਸਾਡੀ ਨਿਗਾਹ ਪਹੁੰਚਾ ਰਹੇ ਆ। ਐਂ ਨਿਗਾਹ ਬਣਦੀ ਆ, ਐਂ ਸੁਰਤੀਆਂ ਬਿਰਤੀਆਂ ਖੁੱਲ੍ਹਦੀਆਂ ਜਦੋਂ ਬੱਚੇ ਸਾਡੇ ਗੁਰਬਾਣੀ ਨਾਲ ਜੁੜਦੇ ਆ ਨਾ, ਗੁਰੂ ਦੀ ਉਂਗਲ ਫੜ ਕੇ ਚੱਲਦੇ ਆ, ਤਾਂ ਸਾਰਾ ਕੁਝ ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਦੇਖੋ ਖੜਾ ਬੰਦਾ 6 ਫੁੱਟ 5.5 ਫੁੱਟ, ਇਹ ਕੀ ਆ? ਇਹ ਜਲ ਦੀ ਕੰਧ ਆ। ਮਹਾਰਾਜ ਕਹਿੰਦੇ ਇੱਕ ਖੜਾ ਜਲ ਦੀ ਕੰਧ ਖੜੀ ਆ। ਜਲ ਕੀ ਭੀਤ ਪਵਨ ਕਾ ਥੰਬਾ, ਤੇ ਹਵਾ ਸਵਾਸ ਚੱਲਦੇ ਆ ਮਨੁੱਖ ਦੇ ਅੰਦਰ, ਇਹ ਥੰਬੀਆਂ ਲੱਗੀਆਂ ਹੋਈਆਂ। ਕਿਉਂਕਿ ਜਿੱਦੇ ਥੰਮੀ ਡਿੱਗ ਪਈ, ਜਿੱਦੇ ਥੰਮਲਾ ਡਿੱਗ ਪਿਆ, ਮਕਾਨ ਦੀ ਛੱਤ ਨੇ ਡਿੱਗ ਪੈਣਾ, ਢਹਿ ਢੇਰੀ ਹੋ ਜਾਣਾ। ਜਿੱਦੇ ਸਵਾਸ ਖਤਮ ਹੋ ਗਏ, ਇਹ ਸਰੀਰ ਨੇ ਗੁੱਛਾ ਮੁੱਛਾ ਜਿਹਾ ਬਣ ਕੇ ਡਿੱਗ ਪੈਣਾ, ਥੱਲੇ ਸਿਰ ਵੀ ਨਹੀਂ ਚੱਕ ਹੋਣਾ, ਨਾ ਹੱਥ ਪੈਰ ਹਿੱਲਣਾ। ਹਵਾ ਦੇ ਸਿਰ 'ਤੇ ਤੁਰਿਆ ਫਿਰਦਾ। ਦੇਖੋ ਕਿਆ ਕਮਾਲ ਦੀ ਚੀਜ਼ ਆ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਕਿੱਡੀ ਕਿਰਪਾ ਕੀਤੀ ਸਾਡੇ 'ਤੇ। ਅਸੀਂ ਰੱਬ ਭਾਲਦੇ ਫਿਰਦੇ ਹਾਂ। ਜੇ ਰੱਬ ਨਾ ਹੁੰਦਾ ਤਾਂ ਇਹ ਜਲ ਦੀ ਭੀਤ ਹੀ ਨਹੀਂ ਬਣਨੀ ਸੀ। ਜੇ ਰੱਬ ਤੇਰੇ ਨਾਲ ਨਾ ਹੁੰਦਾ, ਤੇਰੇ 'ਤੇ ਕਿਰਪਾ ਨਾ ਹੁੰਦੀ ਪਤੰਦਰਾ, ਇਹ ਜਲ ਦੀ ਭੀਤ ਕਿਵੇਂ ਖੜ ਜਾਂਦੀ? ਓਏ ਪਵਨ ਦਾ ਥੰਬਾ ਕਿਵੇਂ ਖੜ ਜਾਂਦਾ? ਦੱਸ। ਸਭ ਕੁਝ ਹੋ ਰਿਹਾ, ਪਰ ਤੂੰ ਹੀ ਪਾਸਾ ਵੱਟੀ ਬੈਠਾ। ਆਪਣਾ ਮੂੰਹ ਘੁਮਾ ਕੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਇੱਧਰ ਨੂੰ ਚੱਲ। ਰਕਤ ਬੁੰਦ ਕਾ ਗਾਰਾ, ਤੇ ਫਿਰ ਕੀ ਆ? ਹੋਰ ਮਕਾਨ ਕਾਹਦਾ ਬਣਦਾ? ਥੰਬਾ ਲੱਗਦਾ, ਕੰਧਾਂ ਬਣ ਗਈਆਂ, ਜਲਦੀਆਂ ਤਾਂ ਬਣ ਗਈਆਂ ਕੰਧਾਂ। ਦੇਖੋ ਨਕਸ਼ਾ ਸੀਨ ਬਣਾ ਕੇ ਦੇਖੋ, ਬਿਲਕੁਲ ਧਿਆਨ ਇਕਾਗਰ ਕਰਕੇ ਨਾ, ਕੱਲੀ ਸ਼ਬਦ ਦੀ ਵਿਚਾਰ ਵੱਲ ਧਿਆਨ ਦਿਓ, ਫਿਰ ਤੁਹਾਡੇ ਅੰਦਰ ਇੱਕ ਨਕਸ਼ਾ ਬਣੇਗਾ। ਜਲ ਕੀ ਭੀਤ, ਜਲ ਦੀਆਂ ਤਾਂ ਕੰਧਾਂ, ਪਵਨ ਕਾ ਥੰਬਾ, ਹਵਾ ਦੇ ਥੰਮੀਆਂ ਲੱਗੀਆਂ ਵਿੱਚ। ਰਕਤ ਬੂੰਦ ਕਾ ਗਾਰਾ, ਜਿਹੜਾ ਰਕਤ ਤੇ ਬੂੰਦ ਆ, ਜਿਹੜੀ ਚਰਬੀ ਆ, ਮਿੱਝ ਆ, ਉਹਦਾ ਗਾਰਾ ਬਣਿਆ ਹੋਇਆ। ਕਿਉਂਕਿ ਗਾਰਾ ਵੀ ਚਾਹੀਦਾ ਨਾ ਇੱਟਾਂ ਉੱਟਾਂ ਖੜੀਆਂ ਕਰਨ ਨੂੰ, ਕੰਧ ਨੂੰ। ਹਾਡ ਮਾਸ ਨਾੜੀ ਕੋ ਪਿੰਜਰ, ਤੇ ਹੱਡ ਆ ਜਿਹੜੇ ਇਹ ਪਿੰਜਰਾ ਬਣੇ ਹੋਏ ਆ। ਜਿਵੇਂ ਆਪਾਂ ਕਰੰਗ ਦੇਖਦੇ ਆ ਨਾ, ਜਦੋਂ ਮਾਸ ਲੈ ਜਾਂਦਾ ਪਾਣੀ ਧਾਣੀ ਜਾਂ ਉੱਤੋਂ ਤਾਂ ਥੱਲਿਓਂ ਤਾਂ ਕਰੰਗ ਹੀ ਨਿਕਲ ਆਉਂਦਾ ਨਾ ਬੰਦਾ। ਇਹ ਪਾਣੀ ਧਾਣੀ 'ਚ ਹੀ ਪਤਾ ਨਹੀਂ ਕੀ ਪਾਤਾ ਪ੍ਰਮਾਤਮਾ ਨੇ, ਵਾਹਿਗੁਰੂ ਨੇ, ਜਿਹੜਾ ਸੋਚੀ ਵੀ ਜਾਂਦਾ, ਦੇਖੀ ਵੀ ਜਾਂਦਾ, ਚੱਲੀ ਫਿਰੀ ਵੀ ਜਾਂਦਾ। ਵਾਹ ਕਮਾਲ ਆ।
कमाल दी गल आ, कमाल बा कमाल आ। इत्थों सारा कुछ जे ना बंदे नूं तंदुरुस्ती देती, बंदा तुरया फिरदा, मैं कहना करोड़ां अरबां वार शुकराना करे। जे किते ना बस हुण आही आ भी करोड़ अरब भी एक पासे होवे ते एक पासे होवे परमात्मा दी भजन बंदगी, ते बंदा करोड़ अरब भी छड्ड के भजन बंदगी ले लूगा। क्योंकि कमाल दी चीज़ आ जो बंदा तंदुरुस्त तुरया फिरदा। ये तो बाद दीयां गल्लां, पैसा कमाउणा जां होर, ये तो अपणियां इच्छावां वां, जिन्नियां वधाई चलो उन्नियां वधी जांदियां। गुरमुख प्यारिओ, रोटी कपड़ा और मकान तीन चीज़ां बंदे नूं चाहीदियां, तकरीबन मिल ही जांदियां। उदों बाद तां फिर जिन्ना फसी जांदा बंदा, बस धस जांदा, धस के फिर निकलना बहुत मुश्किल हो जांदा। ये माया का खेल ही इस तरह खिलारिया होया, ते जे गुरु नाल जुड़ जावे तां चुंबक वांगू गुरु खिच लैंदा दलदल दे विच फसे होए नूं, ते फिर सुणाउंदा शब्द इस तरह दे भी साडी हौमे निकल जावे। देख भाई, जल की भीत, पवन का थंबा, रगत बूंद का गारा, हाड मास नाड़ी को पिंजर, पंखी वसै विचारा। बस असल चीज़ तां आ ਜਿਹੜੀ तेरी रूह आ ना अंदर, रूह दा पंछी, तेरी जीव आत्मा, वो ਇਹਦੇ ਵਿੱਚ बैठा बस रहा। बस ਉਹਦੀ ਹੀ ਕਲਾਕਾਰੀ ਹੈ। ਜਿੱਦਾਂ ਉਹ और ਉਡਾਰੀ ਮਾਰ ਗਿਆ ਨਾ, ਇਹਨੂੰ ਪੁਰਾਣੇ ਜਿਹੜੇ ਸੀ ਸਾਡੇ ਬਜ਼ੁਰਗ ਲੋਕ, ਉਹ ਇਹ ਵੀ ਕਹਿੰਦੇ ਸੀ ਵੀ ਭੌਰ ਉਡਾਰੀ ਮਾਰ ਗਿਆ, ਜਾਂ ਕਹਿੰਦੇ ਸੀ ਚੜ੍ਹਾਈ ਕਰ ਗਿਆ, चढ़ गया पंछी उत्ते नूं, चलिया गया। पंछी दी ही करामात आ, रूह दी ही करामात आ, जीव आत्मा दी ही करामात आ, वरना ये शरीर तां कुछ भी नहीं। काहदा मान करी फिरदा मेरे मना, प्राणी क्या मेरा क्या तेरा। इत्थे आके माया दे विच फस के मेर तेर च फस गया। वो वड्डा, वो छोटा, वो मेरा, वो तेरा, वो साडा, वो थोड़ा, आ साडी पार्टी दा, वो थोड़ी पार्टी दा, फस गया। जैसे तरबर पंख बसेरा, रहना तू आए सी भी जिमें पंछी रात कट के जाते हैं तो सवेर नूं उडारी मार जानी है। रहाओ राखो कंध उसारो नीवा, है तो कुछ भी नहीं, पंछी ने पता नहीं कदों उडारी मार जानी है। बंदे दा शरीर भी नहीं रहना, ये भी सिवियां तक ही साथ देना, ते बाकी सारी उम्र जिहड़ी बंदा लग्या रहिंदा वो तो बेफजूल ही चले जाना नाम तो बिना। ओ बड़े बड़े दुनिया दे राजे, रोंदे गए नाम तो बिना। लोको बड़े बड़े दुनिया दे राजे, रोंदे गए नाम तो बिना। नाम तो बिना रोंदे ही गए आ सारे भाई। राखो कंध उसारो नीवा, हौमे दे विच आके फिर तू पूरियां उसारदा नीवा, बड्डियां बड्डियां नेवां पड़दा, इत्थे मेरा करदा। 3.5 हाथ तेरी सीवा, धोखे ना बनाउना, किसी दी लुट खसुट करदा, किते कुछ करदा, किते कुछ करदा, जमीनां जायदादां बनाउना, ते मिलनी तां मित्रा 3.5 हाथ ही आ अखीर नूं। बस रुकनी तो उन्नी की आ, वो भी एक जिहड़ा 2-4 घंटे ही रहनी है। दूजे दिन तो वह भी साफ हो जाना काम, किसी ने होर आना तेरी थां ते। वो 3.5 हाथ भी रजिस्ट्री नहीं होनी, ये तो सिर्फ उदे जिद्दें संस्कार होना उदे ही उन्ना कचहरी मालक आ। मगरों तो झाड़ू मार के अगलिया ने, नंबरदारां ने, पुन्नू वर्गियां ने परे कर देना काम, भी अगले की बारी आ भाई, गां वाले दी बारी आ। वो 3.5 हाथी अखीर दे विच काम आउणी है, बाकी है जिहड़ी सारी तू ये छड्ड जानी है भाई। बांके बाल पाग सिर डेरी, हुण अपने आप नूं देखदा, बांके बाल बड़े सोहणे तेरे बाल आ, सोहणे बांका हुंदा सोहणा, पाग सिर डेरी बड़ी सोहनी पग बन्नदा, बड़ा सोहना तैयार ब्यार हुन्ना। पर एक गल याद रखी, है तां बड़ी कसूती जी, ये बड़ा औखा करदी आ, पर है बहुत जरूरी, बड़ी चंगी आ। आम बंदे नूं ये चंगी नहीं लगनी। मौत दी गल जदों भी करदे आ ना आपां, आम बंदे नूं चंगी नहीं लगूगी, पर असल चीज़ ही यही है। क्योंकि पहला मरण कबूल, जीवन की छड़ आस,
वो सबना की रेणका तो आओ हमारे पास। महाराज कहते जदों तैयार तूर हुन्ना ना बांके बाल सोहणे बनाउना, उत्ते सोहणी बनता पग, ते उदों तैयार तूर हो के जुत्ती जाती पा के जदों निकलदा ना, माड़ा जिहा वीर बन के चेते कर लिया कर भी ये शरीर सदा नहीं रहना। बस इन्ना क कह दिया कर महाराज आ जिहड़ा बख्शता तेरी बख्शिश आ तेरी किरपा, पता नहीं रात नूं ही की हो जाना महाराज, हो सकदा रात नूं ही डैड हो जा। बस इन्नी क गल याद रखिया कर, फिर तेरी हौमे निकल जाएगी। हौमे नहीं घेरदी तैनूं, बांके बाल पाग सिर डेरी, ये तन होएगो भस्म की ढेरी। एक दिन इस तन ने भस्म की ढेरी हो जाना मित्रा। मौत नूं जे याद नहीं रखेगा नाम नहीं याद रहना। पहला मौत याद रहूगी फिर नाम अंदर आएगा। साडे 'च ये बहुत वड्डा भुलेखा पिया होया भी मौत की गल ही ना करो, क्योंकि जिहड़ी चीज़ नाल वाह पैना उहदे बारे जानना तो बहुत जरूरी है गुरमुख प्यारिओ। जिस चीज़ नाल हर एक बंदे दा वाह पैना उस चीज़ की नॉलेज तो चाहिए है ना। जिवें गड्डी आ, मान लो कोई गड्डी लैने आ, हुण वो गड्डी ते आपां चलना फिरना उहदे नाल वाह पैना, हुण उहदी नॉलेज तो गड्डी की चाहिए है ना। खेती करते हैं, खेती की नॉलेज तो चाहिए है ना। नौकरी करते हैं, नौकरी की नॉलेज तो चाहिए है ना। कोई भी काम करते हैं उहदे बारे पता तो होना चाहिए ही है ना। तो मौत जिहड़ी आउणी है इहदे बारे भी तैनूं पता होना चाहिए भी किवें आउंदी आ ते किवें चंगी आउंदी आ ते किवें माड़ी आउंदी आ। दो तरह नाल आउंदी आ मौत, आउंदी होई आउंदी आ। एक तां गुरमुख प्यारिओ जिवें बिल्ली है ना, बिल्ली अपने बच्चे नूं बलूंगड़े नूं उसे मूँह दे विच फड़ के 7 घर घुमा दिंदी है, जख्म नहीं होण दिंदी। ते चूहे नूं 1 मिनट नहीं लाउंदी, कड़ाके पा दिंदी है। मूँह तो बिल्ली दा ही है। बस आही मौत आ। जिहड़े गुरमुख प्यारे आ वो राम जी दे नाल चले जांदे आ, जिवें बिल्ली बलूंगड़ा लै जांदी आ। ते जिहड़े पाप कीते आ, औगण कीते आ, पूरा रब मूहरे डिंगरिया रहा सारी उम्र, धौण च किला अड़िया ही रहा, निकलिया ही नहीं। तो फिर अखीर वेले मरोड़ के लैके जाती है, जिवें बिल्ली चूहे नूं मरोड़दी है। इस करके महाराज समझा रहे आ किते रहिंदे समय साडे हौमे हंकार टुट जावे, मैं तो तू हो जाइए, परमात्मा दे लड़ लग जाइए, वाहिगुरू दे नाल मिलाप हो जे साडा, तां मौत भी चंगी आवेगी। क्या जाना किवें मरेंगे, कोई नहीं जान सकदा किवें मौत होनी है बंदे दी, किस तरह की होनी है, नहीं कोई जान सकदा। वो बहादुर बेचारा सोचिया ही नहीं सी भी 3-4 दिन बेचारा अंदर ही पिया रहा। देख लो, क्या जाना कि मरेंगे, कैसा मरना होए। पर एक गल सिखा ध्यान रखी, जेकर साहिब मनो ना विसरै तां सहला मरना होए। बस आ नुकता याद रखी, मौत नूं याद रखी ते मौत दे नाल नाम नूं याद रखी, क्योंकि दोने इक्को थाई आउणगीਆਂ। जिथे मौत नूं याद आ उत्थे नाम आएगा। जदों मौत नूं भुल गया उदों हौमे आएगी। हौमे नावे नाल विरोध है, हौमे ते ये नाम आ जिहड़ा इन्हां दे विरोधी आ। दोने मौत ते नाम दोने इक्को पार्टी दे आ, दोने इकट्ठे ही आउणगे। मौत भी याद आऊगी मनुख नूं, भाव निमरता आवेगी। निमरता आएगी तो अंदरले दरवाजे खुलणगे। नाम आत्मक ज्ञान, गुरबाणी का ज्ञान, गुरबाणी का प्रचार प्रसार, ये ध्यान, ये नाम साडे अंदर शब्द दे राही जावेगा। भाई ऊचे मंदिर सुंदर नारी, राम नाम बिन बाजी हारी। उच्चे मंदिर, बड़े 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 मकान, बड़ियां 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 कोठियां, किसी दियां 6 किसी दियां 8, बाहरले मुल्कों च भी बहुत बनाए हुए आ। सुंदर नारी, सोहणियां औरतां दा मान करना, ये भी 2 चीज़ां जिहड़ियां बंदे नूं हौमे पैदा करदियां। महाराज समझा रहे हैं, इन्हां तो बचण दा तरीका भी यही है। महाराज जिहड़ा कुछ बख्शिश कीता ना, ये मेरी औकात नहीं सी, मेरी पाया नहीं सी, ये तुहाडी किरपा दे नाल आ।
ਇਹ ਲੈ ਵੀ ਸਕਦੇ ਹੋ ਤੁਸੀਂ, ਜਾ ਵੀ ਸਕਦੀਆਂ ਕਾਰਾਂ ਕੋਠੀਆਂ, ਤੇ ਜੇ ਦਿੱਤੀਆਂ ਤਾਂ ਤੁਹਾਡੀ ਬਖਸ਼ਿਸ਼ ਆ, ਮੇਰਾ ਮੁਝ ਮੈਂ ਕੁਛ ਨਹੀਂ। ਬਸ ਇਹ ਭਾਵ ਆ ਗਿਆ ਤਾਂ ਠੀਕ ਆ। ਇਹ ਤਾਂ ਆਉਣਾ ਜੇ ਨਾਮ ਜਪਿਆ ਹੋਊਗਾ, ਸਤ ਸੰਗਤ ਕੀਤੀ ਹੋਊ, ਗੁਰਬਾਣੀ ਨਾਲ ਜੁੜੇ ਹੋਵਾਂਗੇ। ਨਹੀਂ ਤਾਂ ਭਾਈ ਹਉਮੈ ਆ ਜਾਂਦੀ ਹੈ, ਤੇ ਹਉਮੈ ਨਾਲ ਫਿਰ ਬੰਦਾ ਆਪਣੀ ਜੀਵਨ ਦੀ ਬਾਜੀ ਹਾਰ ਕੇ ਜਾਂਦਾ। ਰਾਮ ਨਾਮ ਬਿਨ ਬਾਜੀ ਹਾਰੀ, ਇਹਦੇ 'ਚ ਫਸ ਕੇ ਬੰਦਾ, ਭਾਵ ਮਾਇਆ 'ਚ ਫਸ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਮਨੁੱਖ। ਆ ਸਮਝਾਉਣਾ ਚਾਹੁੰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ। ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ। ਦੇਖੋ, ਆਪਾਂ ਆਮ ਤੌਰ 'ਤੇ ਜਾਤਾਂ ਪਾਤਾਂ ਲੁਕਾਉਂਦੇ ਆ। ਬੰਦਾ ਨਾ ਜੇ ਕਿਤੇ 1 ਰੁਪਈਏ ਦਾ ਹੋਵੇ, ਜੇ ਕਿਤੇ ਆਪਣੇ ਆਪ ਨੂੰ 75 ਪੈਸੇ ਸ਼ੋਅ ਕਰੇ ਨਾ, ਬਹੁਤ ਵਧੀਆ ਗੱਲ ਆ। ਕਿਉਂਕਿ ਜਦੋਂ ਆਪਾਂ ਕਹਾਂਗੇ ਵੀ ਮੈਂ 75 ਪੈਸੇ ਆ, ਤੇ ਅਗਲੇ ਨਾਲ ਜਿਹਦੇ ਨਾਲ ਬਾਹ ਪਊ ਆਪਣਾ, ਉਹਨੂੰ ਵਿੱਚੋਂ ਰੁਪਈਆ ਲੱਭੂ, ਤੇ ਫਿਰ ਦੇਖੋ ਕਿਆ ਬਾਤ ਹੋ ਜੂ। ਤੇ ਕਈ ਵਾਰੀ ਹੁੰਦਾ, ਜ਼ਿਆਦਾਤਰ ਦੁਨੀਆ ਦੇ ਵਿੱਚ ਕੀ ਆ, ਹੁੰਦਾ ਬੰਦਾ 50 ਪੈਸੇ ਆ, ਕਹਿੰਦਾ ਮੈਂ ਤਾਂ 1.25 ਰੁਪਈਆ। ਉਹ ਪੇਸ਼ ਇਸ ਤਰ੍ਹਾਂ ਕਰਦਾ। ਫਿਰ ਜਦੋਂ ਉਹਦੀ ਅਸਲੀਅਤ ਦਾ ਪਤਾ ਲੱਗਦਾ, ਫਿਰ ਅਗਲਾ ਕਹਿੰਦਾ ਯਾਰ ਕਹਿੰਦਾ ਕੀ ਸੀ, ਹੈ ਕੀ। ਇਸ ਤਰ੍ਹਾਂ ਜੋ ਅਸੀਂ ਅੰਦਰੋਂ ਆ ਉਹੀ ਬਾਹਰੋਂ ਹੋਵਾਂਗੇ, ਫਿਰ ਠੀਕ ਆ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ। ਭਗਤ ਰਵਿਦਾਸ ਜੀ ਸਮਝਾ ਰਹੇ ਹਨ, ਮੇਰੀ ਜਾਤ ਕਮੀਨੀ। ਲੋਕੋ, ਤੁਸੀਂ ਮੇਰੀ ਜਾਤ ਨੂੰ ਛੋਟੀ ਜਾਤ ਕਹਿੰਦੇ ਹੋ, ਮੇਰੀ ਜਾਤ ਕਮੀਨੀ ਸਹੀ। ਪਾਤ ਕਮੀਨੀ, ਮੇਰੀ ਪਤ ਇੱਜ਼ਤ ਵੀ ਕਮੀਨੀ ਆ। ਤਕੜੇ ਲੋਕਾਂ ਦੇ ਸਾਹਮਣੇ ਗਰੀਬ ਦੀ ਇੱਜ਼ਤ ਨਹੀਂ ਹੁੰਦੀ। ਗਰੀਬ ਜਿੰਨਾ ਮਰਜ਼ੀ ਗਿਆਨੀ ਧਿਆਨੀ ਹੋ ਜਾਵੇ, ਜੇ ਸਾਧਨ ਨਾ ਹੋਣਗੇ ਤਾਂ ਥੱਲੇ ਹੀ ਦੱਬਿਆ ਰਹਿੰਦਾ। ਪਰਮਾਤਮਾ ਵਾਲੇ ਪਾਸੇ ਜ਼ਰੂਰ ਪੁੱਛ ਗਿੱਛ ਹੋ ਸਕਦੀ ਹੈ, ਪੰਚ ਪ੍ਰਵਾਨ ਪੰਚ ਪ੍ਰਧਾਨ ਹੋ ਸਕਦਾ, ਪਰ ਬਾਹਰਲੇ ਮਟੀਰੀਅਲ ਵਰਲਡ ਤੋਂ ਬਿਨਾਂ ਕੋਈ ਗੱਲ ਵੀ ਨਹੀਂ ਸੁਣਦਾ। ਜਿੱਡਾ ਵੱਡਾ ਬਾਬਾ ਉਹ, ਗੱਡੀਆਂ ਗੁੱਡੀਆਂ ਵੱਡੀਆਂ ਹੋਣਗੀਆਂ ਨਾ, ਫਿਰ ਅਸੀਂ ਬੜੇ ਸਵਾਦ ਨਾਲ ਸੁਣਦੇ ਹਾਂ ਗੱਲ, ਭਾਵੇਂ ਜਿਹੋ ਜਿਹੀ ਮਰਜ਼ੀ ਹੋਵੇ। ਇਹ ਦੁਨੀਆ ਦਾ ਦਸਤੂਰ ਹੀ ਹੈ। ਮਹਾਰਾਜ ਸਮਝਾ ਰਹੇ ਹਨ, ਇਹੀ ਤਾਂ ਇਹਦਾ ਹੀਰੇ ਮੋਤੀਆਂ ਦਾ ਵਪਾਰ ਆ ਗੁਰਮੁਖ ਪਿਆਰਿਓ। ਜਿਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਕਟ ਘਾਟੀ ਰਾਮ ਕੀ, ਤੇ ਚੜ੍ਹ ਰਿਓ ਕਬੀਰ। ਅੰਦਰਲੀ ਘਾਟੀ ਜੇ ਚੜ੍ਹਨੀ ਆ ਨਾ, ਫਿਰ ਤਾਂ ਨਿਮਰਤਾ ਦੇ ਵਿੱਚ ਆਉਣਾ ਪਊ, ਸਾਰਾ ਕੁਝ ਛੱਡਣਾ ਪਊਗਾ। ਮੈਨੂੰ ਜੋ ਮਰਜ਼ੀ ਕਹਿ ਲਓ, ਮੈਂ ਤਾਂ ਉਗਣਾ ਵਾਲਾ, ਮੈਂ ਤਾਂ ਕਮੀਨਾ, ਮੇਰੀ ਤਾਂ ਜਾਤ ਵੀ ਕਮੀਨੀ ਆ, ਮੇਰੀ ਤਾਂ ਪਾਤ ਵੀ ਕਮੀਨੀ ਆ। ਤੁਸੀਂ 2-4 ਔਗਣਾਂ ਦੀ ਗੱਲ ਕਰਦੇ ਹੋ, ਉਹ ਮੈਂ ਤਾਂ ਆਪ ਕਹਿੰਦਾ, ਮੇਰੇ ਗੁਰੂ ਸਾਹਿਬਾਨ ਨੇ ਸਿਖਾਇਆ ਮੈਨੂੰ। ਕੀ ਕਹਿੰਦੇ, ਕੀ ਕਿਹਾ ਕਰ, ਜੇ ਤੇਰੇ ਕੋਈ ਔਗਣ ਦੀ ਗੱਲ ਕਰਿਆ ਕਰੂ ਨਾ, ਤੂੰ ਐਂ ਕਿਹਾ ਕਰ, ਬਾਈ ਤੈਨੂੰ ਤਾਂ ਪਤਾ ਹੀ ਨਹੀਂ, ਉਹ ਤੂੰ ਤਾਂ ਭੁੱਲਿਆ ਹੀ ਫਿਰਦਾ, ਮੇਰੇ ਅੰਦਰ ਤਾਂ ਹੋਰ ਵੀ ਆ। ਮੇਰੇ ਗੁਰੂ ਜੀ ਕਹਿੰਦੇ ਕਿੰਨੇ ਆ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਇੰਨੇ ਆ, ਜਿਵੇਂ ਸਾਗਰ ਦੇ ਵਿੱਚ ਨੀਰ ਭਰਿਆ ਨਾ, ਇੰਨੇ ਔਗਣ ਆ, ਪਰ ਮੇਰੇ ਗੁਰੂ ਨੇ ਬਖਸ਼ਿਸ਼ ਕਰ ਦੇਣੀ ਆ, ਗੁਰੂ ਨੇ ਸਵਾਰ ਦੇਣਾ। ਗੁਰੂ ਦੀ ਕਿਰਪਾ ਦਾ ਪਾਤਰ ਮੈਂ ਬਣ ਜਾਣਾ, ਕਿਉਂਕਿ ਮੈਂ ਡਿੱਗ ਪਿਆ, ਮੈਂ ਢਹਿ ਪਿਆ, ਮੈਂ ਮੰਨ ਗਿਆ। ਕਿਉਂਕਿ ਗਲਤੀ ਹੋ ਤਾਂ ਬੰਦੇ ਤੋਂ ਜਾਂਦੀ ਆ, ਹਉਮੈ ਵਾਲਾ ਬੰਦਾ ਕਦੇ ਗਲਤੀ ਨਹੀਂ ਮੰਨੂ। ਉਹ ਹੋਰ ਪਾਸੇ ਕਲਾ ਕਲੇਸ਼ ਜੇ ਪਵਾ ਪੂ ਕੇ ਬਸ ਗਲਤੀ 'ਤੇ ਹੀ ਕੰਮ ਅੜ ਜਾਂਦਾ। ਜਿਹੜਾ ਚੰਗਾ ਇਨਸਾਨ ਆ, ਵਧੀਆ ਇਨਸਾਨ, ਗਿਆਨਵਾਨ ਆ, ਉਹ ਗਲਤੀ ਮੰਨ ਜੂ, ਫੱਟ ਦੇਣੇ ਮੰਨ ਜੂ ਵੀ ਹੋ ਗਈ ਯਾਰ, ਇਨਸਾਨ ਆ, ਹੋ ਜਾਂਦੀ ਹੈ, ਕੋਈ ਗੱਲ ਨਹੀਂ। ਇੱਥੇ ਭਗਤ ਰਵਿਦਾਸ ਜੀ ਸਮਝਾ ਰਹੇ ਹਨ, ਅਸੀਂ ਤਾਂ ਕਮੀਨੇ ਆ, ਨੀਵੇਂ ਆ। ਮਹਾਰਾਜ ਤੁਸੀਂ ਉੱਚੇ ਹੋ, ਤੁਸੀਂ ਨੀਵਿਆਂ ਨੂੰ ਉੱਚੇ ਕਰਨਾ। ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ। ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਭਗਤ ਰਵਿਦਾਸ ਜੀ ਸਮਝਾ ਰਹੇ ਹਨ ਵੀ ਇੰਨਾ ਨੀਵਾਂ, ਇੰਨਾ ਔਗਣਾ ਵਾਲਾ। ਹੁਣ ਭਗਤ ਰਵਿਦਾਸ ਜੀ ਨਹੀਂ ਸੀ ਔਗਣਾ ਵਾਲੇ, ਗੁਰਮੁਖ ਪਿਆਰਿਓ। ਇਹ ਸਾਨੂੰ ਸਮਝਾਇਆ ਜਾ ਰਿਹਾ ਅੱਜ ਤੇ ਹੁਣ ਤੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਾਜ਼ਰ ਤੇ ਨਾਜ਼ਰ ਆ। ਹੁਣ ਸਮਝਾ ਰਹੇ ਆ ਸਾਨੂੰ। ਅਸੀਂ, ਮੈਂ ਤੇ ਤੁਸੀਂ ਸਾਰਿਆਂ ਨੇ ਆਪਾਂ ਗੁਰੂ ਦੇ ਅੱਗੇ ਇਹ ਅਰਦਾਸ ਕਰਨੀ ਆ
ਵੀ ਮੇਰੇ 'ਚ ਤਾਂ ਕੋਈ ਗੁਣ ਹੀ ਨਹੀਂ ਹੈ। ਔਖਾ ਕੰਮ ਆ, ਬਹੁਤ ਔਖਾ ਕੰਮ ਆ ਆਪਣੇ ਆਪ ਨੂੰ ਮਾੜਾ ਰੱਖਣਾ, ਆਪਣੇ ਆਪ ਨੂੰ ਨੀਵਾਂ ਰੱਖਣਾ। ਆਮ ਤੌਰ 'ਤੇ ਜਿਹੜੀ ਮਰਜ਼ੀ ਫਿਲਮ ਦੇਖ ਲਿਓ, ਹਰੇਕ ਆਪਣੇ ਆਪ ਨੂੰ ਹੀਰੋ ਹੀ ਸਮਝਦਾ ਹੁੰਦਾ, ਵਿਲੇਨ ਵੱਲ ਕੋਈ ਨਹੀਂ ਜਾਂਦਾ। ਇਹ ਮਨੁੱਖ ਦੀ ਸਾਈਕੀ ਹੈ। ਪਰ ਗੁਰੂ ਮਹਾਰਾਜ ਜਿਹੜੇ ਗੁਰੂ ਦੀ ਮੱਤ ਆ ਉਹ ਇਹ ਆ, ਉਲਟਾ ਦੁਨੀਆ ਤੋਂ ਨੀਵਾਂ ਹੋ, ਨੀਵਿਆਂ ਨੂੰ ਫੜ ਲੱਗਦੇ ਆ। ਕਹਿ ਆ ਕੇ ਗੁਰੂ ਦੇ ਅੱਗੇ कि अब हम चली ठाकर पहार, जब हम शरण प्रभु की आई, राख प्रभु भावें मार। मैं तो माड़ा, मैं तो उगना वाला, पर तुसी तुम शरणागत राजा रामचंद। हे राजियां दे राजे, हे परमात्मा, हे वाहिगुरु, हे अकाल पुरख सच्चे पातशाह, धन धन श्री गुरु ग्रंथ साहिब सच्चे पातशाह जीओ। बाणी दे खजाने सतगुरु सच्चे पातशाह जी ज्ञान बख्शिश कर रहे हो, ज्ञान दे खजाने हो तुसी राजियां दे राजे हो। मैं भावें कमीना, मेरी जात माड़ी, मैं औगणा वाला, पर मैं तुहाडी शरण दे विच आ गया। हे राजियां दे राजे, कह रविदास चमारा। भगत रविदास जी समझा रहे हैं कि भाई इस तरह गुरु दे अगे ढहना, धन श्री गुरु ग्रंथ साहिब जी दे अगे अपनी हौमे दा मत्था टेकना। असल दे विच मत्था टेकण दा साडा जिहड़ा है संबंध यही है कि सतगुरु सच्चे पातशाह मेरी हौमे निकल जावे, मैनू कोई अकल नहीं, मैनू कोई मत नहीं, कोई ज्ञान ध्यान नहीं, मैं अपनी माड़े विचारां दा मत्था टेकदा तुहाडे अगे ते तुहातों चंगे विचारां दी, ज्ञान ध्यान ते नाम दी मंग करदा हाँ। यही साडा कनसैप्ट आ सिखां दा, ते सारी उम्र असीं सिखदे रहना। बस जिथों भी मौका मिलदा, जदों भी मौका मिलदा, जिस तरह भी मौका मिलदा, किते पाठ प्रकाश आ, किते ऊँ बैठे आ गल्लां बातां करदे आ, बस शब्द दी विचार करो भाई। सबसे ऊपर गुर शब्द विचार, ਇਹਦੇ नहीं भला होना। गुरबाणियों ही सारे दुखों तकलीफों का राज आ जिहड़ा इलाज गुरबाणियों ही परमेश्वर ते भुल्लिया व्यापन सभे रोग, गुर परमेश्वर एको जान। हुण परमेश्वर तो भुल के सारे ही रोग लग जाते हैं, तो गुर ते परमेश्वर, गुरु ते परमेश्वर एको जान, एक जान भाई। इस करके हुण परमेश्वर नूं असीं हले जान नहीं सकते क्योंकि नवें आ, तो ये साढ़े वास्ते गुरु ही परमेश्वर आ। गुरु दे लड़ लगो, बस अपने आप नूं नीवां समझ के, गुरु नूं उच्चा समझ के, बस गुरु दी गल नूं मन्नो। सुनिया सुनाइयां गल्लां नूं छड्डो, क्योंकि सुनिया सुनाइयां गलत भी हो सकदियां। जिस तरह कोई बंदा, कोई साधु आदमी गुरमुख प्यारा बच्चे पढ़ाउंदा सी, उत्थे कोई अपना जवाक लैके चलिया गया, कहंदा हाँ बई बाबा, कहंदा आओ जी प्यारिओ, आ कहंदा मेरे वाले दे भी हत्थ सीधे जे करा दी, कई आई बोलते हुंदे आ। अच्छा ठीक है भाई, करा देंगे। नरम सी बंदा, क्योंकि बहुत वड्डी ये विद्या की दात आ ना जिहड़ी बख्शिश करनी। 7 सोने दे मंदिर पुन्न करन जिन्ना दान आ, इन्ना फल आ जे किसी नूं एक शब्द सिखा दिए, शब्द दे नाल जोड़ दिए, इन्ना इन्ना जिहड़ा फल प्राप्त हुंदा। तां ओह कहण लग्या ठीक है भाई करा देंगे। तो कन्न जे खुरक के जांदा जांदा बंदा हौमे वाला सी थोड़ा जिहा, तो कहंदा बई पैसे दस दे, फिर कई वारी रौला पै जांदा। वो जिहड़ा साधु आदमी सी, गुरमुख आदमी सीगा, उदों 100 रुपया बच्चों तो लैंदा हुंदा सी। 100 रुपया बहुत हुंदा सी उन्हां समयां 'च। वो कहंदा बई 200 रुपया लगू। कहंदा कमाल दी गल आ साधा, असीं तां आख्या तुसीं झूठ नहीं बोलदे गुरमुख, तू तां मैनूं पता लग्या जिहड़े बाकी दे जवाक आ उन्हां तो 100 लैना, ते मेरे वाले तो 200 क्यों? नाले ये तां नवें आ जमा ही, ते मेरा तां जवाक फलानिਆਂ तो सीख के आया, उत्थों सीख के आया, उत्थों अद्धा सिੱਖਿਆ, फलाने कोले सीगा, धमके कोले सीगा। वो साधु आदमी चुप कर गया, कहंदा बोल लिया? कहंदा हाँ। कहंदा लै सुण हुण 200 रुपया तां ही आ, क्यों? क्योंकि जिहड़ा ये तेरा सिखाया होया ये गलत सिखाया होया, हुण इहनूं मिटेना पैना ते नवां सिखाउणा पैना। इसे तरह ही आ भाई, जदों गुरबाणी नाल जुड़ांगे ना
ਗੁਰੂ ਨਾਲ ਜੁੜਾਂਗੇ, ਦੋ ਕੰਮ ਹੋਣੇ ਆ, ਪੁਰਾਣਾ ਮਿਟਾਉਣਾ ਪੈਣਾ ਤੇ ਨਵਾਂ ਜਿਹੜਾ ਇਹ ਪ੍ਰਾਪਤ ਕਰਨਾ ਪੈਣਾ। ਜੇ ਦੋਨੋਂ ਕੰਮ ਨਾ ਹੋਏ ਤਾਂ ਫਿਰ ਅਸੀਂ ਥੱਲੇ ਰਹਿ ਜਾਾਂਗੇ। ਜੇ ਟੌਪ ਉੱਚੀ ਜਿਹੜੀ ਅਵਸਥਾ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਬਸ ਆਪਣੇ ਵਾਲਾ ਜਿਹੜਾ ਮੇਟੀ ਚੱਲੋ, ਹੌਲੀ ਹੌਲੀ ਸੁਣਿਆ ਸੁਣਾਇਆ ਜਿਹੜਾ, ਤੇ ਗੁਰੂ ਦਾ ਗਿਆਨ ਆ ਜਿਹੜਾ ਉਹ ਅੰਦਰ ਪਾਈ ਚੱਲੋ। ਹੌਲੀ 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 ਲਾਲ ਤੋਂ ਹਰਾ ਪਾਣੀ ਹੋ ਜੂ। ਜਿਵੇਂ ਕਿਸੇ ਭਾਂਡੇ 'ਚ ਪਿਆ ਪਾਣੀ ਮੰਨ ਲਓ ਲਾਲ ਆ, ਤੇ ਉਹਦੇ 'ਚ ਹਰਾ ਪਾਉਣਾ ਸ਼ੁਰੂ ਕਰ ਦਿਓ, ਪਾਈ ਚੱਲੋ ਪਾਈ ਚੱਲੋ ਪਾਈ ਚੱਲੋ, ਹੌਲੀ ਹੌਲੀ ਉਹ ਲਾਲ ਨਿਕਲਣਾ ਸ਼ੁਰੂ ਹੋ ਜੂ। ਤੇ ਅੱਧੇ ਪੌਣੇ ਘੰਟੇ ਬਾਅਦ ਹਰਾ ਪਾਣੀ ਕੈਂਪਰ 'ਚ ਜਾਂ ਕਿਸੇ ਭਾਂਡੇ 'ਚ ਦਿਖਾਈ ਦੇਵੇਗਾ। ਬਸ ਇਹੀ ਉਦਾਹਰਨਾਂ, ਜਿਹੜੇ ਸਾਡੇ ਅੰਦਰ ਲਾਲ ਆ ਉਹ ਸਾਡੇ ਔਗਣ ਆ, ਸਾਡੇ ਬੁਰੇ ਵਿਚਾਰ ਆ। ਤੇ ਜਦੋਂ ਅਸੀਂ ਗੁਰੂ ਦਾ ਗਿਆਨ ਹਰਾ ਪਾਣੀ ਪਾਉਣਾ ਸ਼ੁਰੂ ਕਰ ਦੇਵਾਂਗੇ, ਸਾਡੇ ਆਪਣੀ ਵਿਚਾਰਧਾਰਾ, ਔਗਣ, ਬੁਰਾਈਆਂ, ਬੁਰੇ ਵਿਚਾਰ, ਘਟੀਆ ਵਿਚਾਰ, ਛੋਟੇ ਵਿਚਾਰ, ਤੰਗ ਦਿਲੀਆਂ ਇਹ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ। ਭਾਵ ਕਿ ਮਨਮੁਖ ਵਾਲੀ ਅਵਸਥਾ ਸਾਡੀ ਖਤਮ ਹੋਣੀ ਸ਼ੁਰੂ ਹੋ ਜੂ ਤੇ ਗੁਰਮੁਖ ਵਾਲੀ ਅਵਸਥਾ ਪ੍ਰਾਪਤ ਹੋ ਜੂ। ਨਾਨਕ ਭਗਤਾਂ ਸਦਾ ਵਿਗਾਸ ਵਾਲਾ ਜੀਵਨ ਪ੍ਰਾਪਤ ਹੋ ਜਾਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਤੇ। ਭਾਈ ਸਾਰਿਆਂ ਨੂੰ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਸਭ ਤੋਂ ਵੱਡੀ ਦਾਤ ਇਹੀ ਸਮਝਦਾ ਮੈਂ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।